बुझियो चक्र चिन्ह अर वरन जा अर पात निहिन जह रूप रंग अर रेख पेख को कह न सकत केहे चल मूरत अनपव प्रकाश अमित कहि जय कोटेन्द्रेन्द्रान साहे साहान गिनिजय त्रिपवन मिहिप सुर नर असुर नेत नेत बन चिरण कहत त्वै सर्वनाम कसै कवन कर्म नाम वर्णत समत अस कृपान खंडो खड़ग तुबक तबर अरती सैफ सुरोही सहथी जय हमारे पीर तीर तुही सथी तुही तवर तरवार नाम तिहारो जो जपै पै सिंध पव पार काल तुही काली तुही तेग आरती तुही निशानी जीत की आज तुही जगबीर खड्ग केत में शरण तिहारी आप हाथ दे लिहु उबारी सर्व ठार मोह सहाई दुष्ट दोख ते लिहु बुझाई नमस्कार श्री खड्ग को करो सुहित चित लाय पूर्ण करो ग्रंथ तुम करो सहाय मुकुचरा शास्त्र खट पिंग गिरन चढ़ जाय अंध लखै बदरोसन जो काल कृपा कराय कहाँ बुद्ध प्रत्युष हमारी वर न सकै महिमा जो तिहारी हम न सकत करो सिफत तुम्हारी आप लिहो तुम कथा सुधारी हम न सकत करो सिफत तुम्हारी आप लिहो तुम कथा सुधारी। वाहे गुरु साहिब जियो कई कोट इंदर जेह पानहार कई चंद सूर कृष्णावतार कई बिशन रुद्र रामा रसूल बिन भगत यो ना कोई कबूल कई कोट इंदर जेह पानहार वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु खालसा साध संगत जी, गुरु गोबिंद सिंह साहब महाराज जी की पवित्र बाणी की विचार चल रही है, जिस विचकार आप जी ने शिव जी के जन्मां की भी कथा लिखी है। जिस तरह इसनूं ज़्यादा तपस्या करके हंकार होया सी, फिर अपने आप में ही उचित महादेव सदा शिव खोण लग पिया सी भी मैं ही सब तो बड़ा देवता, मैं ही उचित है, बाकी सारे चक्कर कटते ने आते जाते ने, मैं आउण जाण तो रहता है, मैं ही सदा शिव हमेशा कल्याण स्वरूप है, मुक्त रूप हाँ। अहंकार करन तो फिर आकाशवाणी हुई सी, अहंकार न कर, मैं गर्भ प्रहारी हाँ। जा तू हुण मात लोक भी जन्मतार। इस तरह फिर दत्तात्रेय रूप दे विच ये दुनिया विच आया सी। अत्रे रिखे दी घरवाली जिहड़ी अनसूया है, ਉਹਦੇ ਹੱਸਦੇ ਹੱਸ ਆਪੋ ਵਿੱਚ ਹੀ ਸਪਰਸ਼ ਕਰਨ ਤੋਂ ਪ੍ਰਗਟ ਹੋਇਆ ਆਇਆ ਸੀ। ਇਸ ਤਰ੍ਹਾਂ ਦੇ ਪੁਰਾਣਾਂ ਦੇ ਪ੍ਰਸੰਗ ਹੈ। ਇਸ ਨੇ ਜਨਮਸਾਰ ਸਦਿਆਂ ਹੀ ਸੰਨਿਆਸ ਧਾਰਨ ਕਰ ਲਿਆ, ਤਿਆਗੀ ਹੋ ਗਿਆ, ਮਹਾਨ ਸਾਧਨਾ ਕੀਤੀ। ਇਹ ਆਕਾਸ਼ਬਾਣੀ ਹੋਈ ਸੀ ਵੀ ਗੁਰੂ ਧਾਰਨ ਕਰ, ਗੁਰੂ ਬਿਨਾ ਮੁਕਤ ਨਹੀਂ ਹੁੰਦਾ ਹੈ। ਇਸ ਨੇ ਅਕਾਲ ਪੁਰਖ ਦੀ ਮਹਾਨ ਮਹਿਮਾ ਵਡਿਆਈ ਕੀਤੀ। ਇਸ ਤਰ੍ਹਾਂ ਵਡਿਆਈ ਦੇ ਵਿੱਚ ਉਹ ਕੁਝ ਲਫ਼ਜ਼ ਵੀ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਪਰਮੇਸ਼ਰ ਦੇ ਦਰ 'ਤੇ ਬਹੁਤ ਝਾੜੂ ਮਾਰਨ ਵਾਲੇ ਹਨ, ਕੋਈ ਪਾਣੀ ਭਰਨ ਵਾਲੇ ਹੈ। ਜਿਵੇਂ ਉਹ ਨਾਮਦੇਵ ਜੀ ਨੇ 96 ਕਰੋੜੀ ਮੇਘ ਮਾਲਾ ਪਾਣੀ ਹਾਰਿਆ, 96 ਕਰੋੜ ਜਿਹੜੀ ਮੇਘ ਮਾਲਾ ਹੈ, ਆ ਬੱਦਲ ਹੈ, ਇਹ ਪਾਣੀ ਭਰਨ ਵਾਲੇ ਨੇ। ਇਹ 95 ਪੌੜੀ ਵਿੱਚ ਵੀ ਉਹ ਪਰਮੇਸ਼ਰ ਦੇ ਦਰ 'ਤੇ ਇੰਦਰ ਆਦਿਕ, ਜਿਨ੍ਹਾਂ ਨੂੰ ਸਰਗ ਦੇ ਰਾਜੇ ਕਿਹਾ ਜਾਂਦਾ ਹੈ, 33 ਕਰੋੜ ਦੇਵਤੇ ਦਾ ਮਾਲਕ ਕਿਹਾ ਜਾਂਦਾ ਹੈ, ਉਹ ਵੀ ਉਹਦੇ ਅੱਗੇ ਪਾਣੀ ਭਰਦੇ ਨੇ। ਮੇਰੇ ਹੀ ਹੈ ਉਹ ਜਿਵੇਂ ਅਕਾਲ ਪੁਰਖ ਦੀ ਉਸਤਤੀ ਕੀਤੀ, ਉਹ 95 ਪੌੜੀ ਵੀ ਸ਼ੁਰੂ ਹੋ ਰਹੀ ਹੈ। और जिमें भी आ रहे बचन महाराज दे आपां सुनिए जी। कई कोट इंदर जेह पानहार, एक नी दो नी सौ नी हजार नी, कई करोड़ा व बेअंत करोड़ इंदर आलक, जेड़े स्वर्ग दे देवतियां दे मालिक है, ਉਹਦੇ ਕਹਿੰਦੇ ਪਾਣੀ ਭਰਨ ਵਾਲੇ ਹੈ। ਪਹਿਲੇ ਸਮਿਆਂ ਵਿੱਚ ਘਰਾਂ ਵਿੱਚ ਪਾਣੀ ਭਰਦੇ ਹੁੰਦੇ ਸੀ। ਇੱਥੇ ਵੀ ਆ ਖੂਹ ਹੁੰਦਾ ਸੀ ਅਤੇ ਬੁੱਕੇ ਨਾਲ ਪਾਣੀ ਜਿਹਾ ਕੱਢ ਕੱਢ ਕੇ ਵੀ ਲੋਕਾਂ ਦੇ ਘਰਾਂ ਵਿੱਚ ਉਹ ਪਾਣੀ ਦਿੰਦੇ ਹੁੰਦੇ ਸੀ। 6 ਮਹੀਨਿਆਂ ਤੋਂ ਬਾਅਦ ਉਹਨਾਂ ਨੂੰ ਕੋਈ ਦਾਣਾ ਫੁੱਕਾ ਮਿਲ ਜਾਂਦਾ ਸੀ। ਜਿਹੜੇ ਇੱਥੇ ਪਹਿਲਾ ਮਹਾਤਮਾ ਰਹਿੰਦੇ ਸੀ, ਉਹ ਜਦੋਂ ਸ਼ਾਮ ਨੂੰ ਧੂਪ ਬੱਤੀ ਦਾ ਸਮਾਂ ਜਾ ਹੋਣਾ, ਉਹਨਾਂ ਨੇ ਕਹਿਣਾ ਭਾਈ ਹੁਣ ਬੇਲਾਂ ਨੂੰ ਛੱਡ ਦਿਓ, ਇਹ ਰਾਮ ਰਾਮ ਕਰਨ ਦਾ, ਰੱਬ ਰੱਬ ਕਰਨ ਦਾ ਸਮਾਂ ਹੈ। ਜੇ ਤਾਂ ਇਹਨਾਂ ਨੇ ਕਹਿਣਾ ਵੀ ਮਹਾਰਾਜ ਇੱਕੋ ਹੀ ਹੈ, ਕੱਢ ਲਈਏ,
ਫਿਰ ਨਹੀਂ। ਜੇ ਤਾਂ ਉਹਨਾਂ ਦਾ ਜੀ ਕੀਤਾ ਤਾਂ ਕਹਿ ਦੇਣਾ ਵੀ ਚੰਗਾ ਪਾਰੀਏ ਬੋਕਾ ਕੱਢ ਲਓ ਤੇ ਉਹ ਠੀਕ ਹੋ ਜਾਣਾ। ਜੇ ਉਹਨੇ ਕਹਿਣਾ ਇੱਥੇ ਹੀ ਰੋਕ ਦਿਓ ਵੀ ਫਿਰ ਵਰਲੀ ਜੀ ਕਹਿਣਾ ਵੀ ਇੱਥੇ ਰੋਕ ਦਿਓ, ਯਾਨੀ ਕੱਢ ਦਿਓ ਇਹਦੇ ਵਿੱਚੋਂ। ਕਈ ਵਾਰੀ ਉਹ ਆਪਣੀ ਮਰਜ਼ੀ ਵੀ ਕਰਨ ਦੀ ਕੋਸ਼ਿਸ਼ ਕਰਦੇ ਵੀ ਚਲੋ ਹੁਣ ਉੱਤੇ ਹੀ ਆਇਆ ਹੋਇਆ ਹੈ ਫਿਰ ਕੱਢ ਲਈਏ। ਜਦੋਂ ਕਹਿੰਦੇ ਵੀ ਨਹੀਂ ਇੱਥੇ ਰੋਕਦੇ, ਨਾ ਰੋਕਣਾ, ਫਿਰ ਕੋਈ ਵਿਘਨ ਪੈ ਜਾਣਾ, ਜਾਂ ਬੈਲ ਨੂੰ ਹੋ ਜਾਣਾ, ਜਾਂ ਕੁਝ ਹੋਰ ਰੱਸਾ ਰੁੱਸਾ ਜਾਂ ਟੁੱਟ ਜਾਣਾ। ਫਿਰ ਉਹਨਾਂ ਨੇ ਮਾਫੀ ਜੀ ਮੰਗਣੀ, ਮਹਾਰਾਜ ਬਾਬਾ ਜੀ ਗਲਤੀ ਹੋ ਗਈ। ਉਹਨਾਂ ਨੇ ਕਹਿ ਦੇਣਾ ਵੀ ਜਦੋਂ ਤੁਹਾਨੂੰ ਕਹਿਤਾ ਵੀ ਤੂੰ ਬੱਤੀ ਦਾ ਸਮਾਂ ਹੋ ਗਿਆ, ਰੱਬ ਰੱਬ ਕਰਨ ਦਾ ਸਮਾਂ ਹੋ ਗਿਆ, ਸਾਰੀ ਦਿਹਾੜੀ ਇਹੀ ਕਰੀ ਗਏ, ਹੁਣ ਕੀ ਹੋ ਜੂਗਾ ਇਹਨੇ ਨਾਲ। ਯਾਨੀ ਉਹ ਸਾਰੇ ਨਗਰ ਵਿੱਚ ਪਾਣੀ ਭਰਦੇ ਹੁੰਦੇ ਸੀ ਤੇ ਉਹ ਘਰਾਂ ਵਿੱਚ ਪਾਣੀਆਂ ਦੇ ਤੋੜੇ ਜਿਹੇ ਰੱਖੇ ਹੁੰਦੇ ਸੀ, ਉਹਨੂੰ ਭਰੇ ਆਉਂਦੇ ਸੀ। ਜਿੰਨੇ ਪਰਿਵਾਰ ਦੇ ਜੀਅ ਜੰਤ ਉਹ ਸੰਸਾਰ ਉੱਥੇ ਥੋੜੇ ਜਿਹੇ ਹੁੰਦੇ ਸੀ। ਆਡਾ ਵਾਲੀ ਮੰਡੀ ਤੋਂ ਅੱਗੇ ਚਲੇ ਜਾਓ, ਉਹ ਹੁਣ ਵੀ ਆ ਮੇਰੇ ਪਾਣੀ ਭਰਦੇ ਆ ਘਰਾਂ ਵਿੱਚ। ਇਸ ਤਰ੍ਹਾਂ ਜਾਣੀ ਪਰਮੇਸ਼ਰ ਦੇ ਦਰ ਘਰ ਤੇ ਵੀ ਉਹਦਾ ਵੀ ਵੱਡਾ ਪਰਿਵਾਰ ਹੈ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਭਾਵਨ ਹਾਰੇ, ਕਿਤੇ ਤੇਰੇ ਰਾਗ ਪਰਿਸਾ ਕਹੀਨ, ਕਿਤੇ ਤੇਰੇ ਗਾਵਨ ਹਾਰੇ। ਕਿਤਨਾ ਹੀ ਹੈ। ਇਸ ਕਰਕੇ ਫਿਰ ਜੇ ਬੇਅੰਤ ਹੈ ਤੇ ਉੱਥੇ ਪਾਣੀ ਦੀ ਵੀ ਲੋੜ ਹੋਊਗੀ। ਇਸ ਕਰਕੇ ਕਿਹਾ ਵੀ ਕਿੰਨੇ ਉਹਦੇ ਦਰ ਤੇ ਇੰਦਰ ਵਰਗੇ ਪਾਣੀ ਭਰਨ ਵਾਲੇ ਮਹਿਰੇ ਹਨ। ਕਈ ਚੰਦ ਸੂਰ ਕ੍ਰਿਸ਼ਨਾ ਅਵਤਾਰ, ਕਈ ਕਿੰਨੇ ਹੀ ਚੰਦਰਮਾ ਸੂਰਜ ਤੇ ਕ੍ਰਿਸ਼ਨ ਵਰਗੇ ਅਵਤਾਰ ਹਨ। ਕਈ ਵਿਸ਼ਨ ਰੁਦਰ ਰਾਮਾ ਰਸੂਲ, ਕਿੰਨੇ ਹੀ ਵਿਸ਼ਨੂੰ ਰੁਦਰ ਸ਼ਿਵ ਜੀ, ਰਾਮ ਰਾਮਾ ਰਾਮਚੰਦਰ, ਰਸੂਲ ਮੁਹੰਮਦ ਆਲ ਪਕੰਬਰ। ਇਹ ਬੇਅੰਤੀ ਹੈ, ਕਈ ਹੈ ਕਿੰਨੇ ਹੀ ਹਨ। ਬਿਨ ਭਗਤ ਇਉ ਨਾ ਕੋਈ ਕਬੂਲ, ਬਿਨਾਂ ਭਗਤੀ ਤੋਂ ਐਵੇਂ ਕੋਈ ਨਹੀਂ ਕਬੂਲ ਹੁੰਦਾ। ਭਾਵ ਜਿਹੜਾ ਭਗਤੀ ਕਰਦਾ ਉਹਦੇ ਦਰ ਤੇ ਕਬੂਲ ਪੈਂਦਾ, ਉਹਨੂੰ ਉਹ ਚੰਗਾ ਕਹਿੰਦਾ ਹੈ। ਕਈ ਦਤ ਸਤ ਗੋਰਖ ਦੇਵ, ਕਿੰਨੇ ਹੀ ਦੱਤਾਤਰੇ ਵਰਗੇ ਤੇ ਸਤ ਪ੍ਰਤੱਗੀ, ਉਹ ਹਰੀਚੰਦ ਰਾਜੇ ਵਰਗੇ ਜਾਂ ਸਤ ਪ੍ਰਤੱਗੀ, ਰਾਮਚੰਦਰ, ਗੋਰਖ, ਹੋਰ ਦੇਵਤੇ ਵਗੈਰਾ। ਮਨ ਮਨ ਮਛਿੰਦਰ ਨਹੀਂ ਲਖਤ ਭੇਵ, ਹੋਰ ਜਿਹੜੇ ਮੰਨਣਸ਼ੀਲ ਮੁਨੀ ਹੈ, ਭਾਵ ਧਰਮ ਵਿੱਚ ਪੱਕੇ ਹੈ, ਵਿਚਾਰਵਾਨ ਮੁਨੀ ਹੈ, ਉਹ ਵੀ ਉਹਦਾ ਭੇਵ ਨਹੀਂ ਜਾਣ ਸਕਦੇ। ਗੋਰਖਨਾਥ ਦੇ ਗੁਰੂ ਮਛਿੰਦਰ ਵਰਗੇ ਉਹ ਵੀ ਪਰਮੇਸ਼ਰ ਦਾ ਭੇਤ ਨਹੀਂ ਜਾਣ ਸਕਦੇ ਹਨ। ਬਹੁ ਭਾਂਤ ਮੰਤਰ ਮਤ ਕੈ ਪ੍ਰਕਾਸ਼, ਬਹੁਤ ਤਰ੍ਹਾਂ ਦੇ ਮੰਤਰਾਂ ਕਰਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਤ ਨੂੰ ਪ੍ਰਕਾਸ਼ਣ ਵਾਲੇ ਹਨ। ਬਿਨ ਏਕ ਆਸ ਸਭ ਹੀ ਨਿਰਾਸ, ਇੱਕ ਪਰਮੇਸ਼ਰ ਦੀ ਆਸਾ ਤੋਂ ਬਗੈਰ ਬਾਕੀ ਸਭ ਨਿਰਾਸੇ ਹੋ ਕੇ ਇੱਥੋਂ ਜਾਂਦੇ ਹਨ, ਸਭ ਰੋਂਦੇ ਜਾਂਦੇ ਹਨ। ਜਿਹ ਨੇਤ ਨੇਤ ਭਾਖਤ ਨਿਗਮ, ਜਿਸ ਪਰਮੇਸ਼ਰ ਦੇ ਤਾਈਂ ਚਾਰੇ ਭੇਦ ਵੀ ਉਹ ਵੀ ਪਰਮੇਸ਼ਰ ਬੇਅੰਤ ਹੈ, ਬੇਅੰਤ ਹੈ।
ਇਉਂ ਹੀ ਕਹਿੰਦੇ ਹਨ। ਕਰਤਾਰ ਸਰਬ ਕਾਰਨ ਅਗੰਮ। ਉਹ ਜਿਹੜਾ ਸਾਰਿਆਂ ਦਾ ਕਰਤਾਰ ਕਰਤਾ ਹੈ ਤੇ ਕਾਰਨ ਹੈ, ਉਹ ਅਗੰਮ ਹੈ, ਪਹੁੰਚ ਤੋਂ ਪਰੇ ਹੈ। ਗੁਰੂ ਤੋਂ ਬਗੈਰ ਉਹਦੇ ਤੱਕ ਪਹੁੰਚ ਨਹੀਂ ਕਰ ਸਕਦਾ ਹੈ। ਜਿਹ ਲਖਤ ਕੋਈ ਨਹੀਂ ਕੌਣ ਜਾਤ। ਜਿਹਨੂੰ ਕੋਈ ਨਹੀਂ ਜਾਣ ਸਕਦਾ ਹੈ, ਉਹ ਗੁਰੂ ਪ੍ਰਸਾਦ ਗੁਰੂ ਦੁਆਰਾ ਜਾਣਿਆ ਜਾਂਦਾ, ਗੁਰੂ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਨੁਗਰੇ ਲੋਕ ਨਹੀਂ ਉਹਨੂੰ ਜਾਣ ਸਕਦੇ ਹਨ। ਜਿਹੜਾ ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ, ਰਹਿਤ ਵੈਦ ਵਿੱਚ ਪ੍ਰਪੱਕ ਰਹਿੰਦਾ, ਉਹ ਪਰਮੇਸ਼ਰ ਨੂੰ ਗੁਰੂ ਦੀ ਕਿਰਪਾ ਹੋ ਜਾਂਦੀ ਜਾਣ ਲੈਂਦਾ। ਜੋ ਰਹਿਤ ਵੈਦ ਸਹੀ ਰੱਖੇ, ਨਿਤਨੇਮ ਕਰੇ, ਕੁਰੈਤਾਂ ਤੋਂ ਬਚ ਕੇ ਰਹੇ। ਜੇ ਇਕੱਲਾ ਹੀ ਛਕ ਲਿਆ, ਮੂਹਰੋਂ ਹੋਰ ਹੀ ਪੁੱਠੇ ਸਿੱਧੇ ਜੇ ਕੰਮ ਕਰੀ ਜਾਏ, ਵਿੱਚੇ ਤਾਸਾਂ ਖੇਡੀ ਜਾਏ, ਜੂਆ ਖੇਡੀ ਜਾਏ, ਸ਼ਰਾਬਾਂ ਪੀ ਜਾਏ, ਵਿੱਚੇ ਮਲੇਰਕੋਟਲੇ ਫਿਰੀ ਜਾਏ, ਵਿੱਚੇ ਉੱਧਰ ਪ੍ਰਭਾਗ ਸਿੰਘ ਦੇ ਡੇਰੇ ਕਿਹੜੇ ਕੱਢੀ ਜਾਏ। ਫਿਰ ਕੋਈ ਨਹੀਂ ਪਰਮੇਸ਼ਰ ਦਾ ਭੇਦ ਜਾਣਦਾ। ਵਾਹ ਜ਼ਰੂਰ ਇਕੱਠੀ ਹੋ ਜਾਂਦੀ ਪਖੰਡ ਕਰਕੇ, ਤੇ ਬਥੇਰੇ ਕਰੀ ਜਾਂਦੇ ਲਾਣਾ, ਮਾਈਆਂ ਕਰੀ ਜਾਂਦੀਆਂ ਝੂਠ ਬੋਲ ਬੋਲ ਕੇ। ਉਹ ਤਾਂ ਕੀ ਹੈ, ਆਉਂਦਾ ਕੁਛ ਨਹੀਂ ਹੈ। ਫਿਰ ਜੇ ਉਹ ਲਾਲਚ ਬੁਰੀ ਬਲਾ ਹੈ। ਫਿਰ ਜਦੋਂ ਫਿਰ ਆਪਣਾ ਝੂਠ ਮੂਠ ਪਖੰਡ ਕੀਤਾ, ਉਹਦਾ ਫਲ ਭੋਗਣਾ ਪੈਂਦਾ। ਫਿਰ ਰੋਂਦੇ ਇੱਥੇ ਆ ਗਈ, ਤੇ ਸੰਤਾਂ ਕੋਲੇ ਵੀ ਰੋਂਦੇ ਹੁੰਦੇ ਸੀ। ਪਹਿਲਾ ਲਾਲਚ ਐਸਾ ਹੈ, ਕਿਉਂਕਿ ਮਾਇਆ ਚੀਜ਼ ਹੀ ਇਹ ਦੀਨ ਮਨ ਬੰਦੇ ਦਾ ਗੁਆ ਦਿੰਦੀ, ਮੱਤ ਮਾਰ ਦਿੰਦੀ ਹੈ। ਇਸ ਤਰ੍ਹਾਂ ਕਹਿੰਦੇ, ਜਿਹਨੂੰ ਕੋਈ ਨਹੀਂ ਜਾਣ ਸਕਦਾ ਗੁਰੂ ਤੋਂ ਬਗੈਰ, ਤੇ ਕਿਹੜੀ ਉਹਦੀ ਜਾਤ ਪਾਤ ਹੈ। ਉਹ ਜਾਤ ਅਰ ਪਾਤ ਨਹੀਂ ਉਹਦੀ ਜਾਤ ਪਾਤ ਬਰਾਬਰੀ। ਉਹ ਜਾਤਾਂ ਪਾਤਾਂ ਬਰਾਦਰਾਂ ਤੋਂ ਪਖੰਡਾਂ ਤੋਂ ਰਹਿਤ ਪਰਮੇਸ਼ਰ ਹੈ। ਜਿਹ ਨਾਹਿ ਪਿਤਾ ਭ੍ਰਿਤ ਤਾਤ ਮਾਤ। ਹਾਂ, ਇਸ ਤਰ੍ਹਾਂ ਜਿਹਦਾ ਕੋਈ ਪਿਤਾ ਨਹੀਂ ਹੈ, ਫਿਰ ਤਾਂ ਕੋਈ ਸੇਵਕ ਨਹੀਂ ਹੈ, ਹੋਰ ਕੋਈ ਤਾਤ ਪਿਆਰਾ ਨਹੀਂ ਹੈ, ਤੇ ਨਾ ਮਾਈ ਹੈ, ਨਾ ਤਿਸ ਬਾਪ ਨ ਮਾਏ ਕਿੰਤੂ ਜਾਇਆ। ਇਹ ਕਿਹਨੇ ਪੈਦਾ ਕੀਤਾ, ਬਾਕੀ ਪੈਦਾ ਹੋਏ। ਉਹਦਾ ਮਾਂ ਪਿਓ ਕੋਈ ਨਹੀਂ ਪਰਮੇਸ਼ਰ ਦਾ। ਜਾਨੀ ਨਾ ਜਾਤ ਜਿਹ ਰੰਗ ਰੂਪ। ਜਿਸ ਦਾ ਰੂਪ ਕਿਹੋ ਜਿਹਾ ਹੈ, ਆਕਾਰ ਕਿਹੋ ਜਿਹਾ ਹੈ, ਰੰਗ ਕਿਹੋ ਜਿਹਾ ਹੈ, ਵੀ ਨਾ ਉਹਦਾ ਰੰਗ ਜਾਣਿਆ ਜਾਂਦਾ, ਨਾ ਆਕਾਰ ਜਾਣਾ, ਵੀ ਮਧਰਾ ਜਿਹਾ ਕਿ ਵੱਡਾ ਸਾਰਾ ਲੰਮਚੂ ਜਿਹਾ ਹੈ ਕਿ ਬੌਣਾ ਜਿਹਾ ਹੈ। ਉਹਦਾ ਆਕਾਰ ਵੀ ਨਹੀਂ ਜਾਣਿਆ ਜਾਂਦਾ ਹੈ। ਸਾਹਾਨ ਸ਼ਾਹ ਭੂਪਾਨ ਭੂਪ। ਉਹ ਸ਼ਾਹਾਂ ਦਾ ਸ਼ਾਹ ਹੈ, ਰਾਜਿਆਂ ਦਾ ਮਹਾਨ ਵੱਡਾ ਰਾਜਾ ਪਰਮੇਸ਼ਰ ਹੈ। ਜਿਹ ਵਰਣ ਜਾਤ ਨਹੀਂ ਕ੍ਰਿਤ ਅਨੰਤ ਕਿਤ ਅਨੰਤ। ਜਿਸ ਦੀ ਜਿਹੜੀ ਕੀਰਤੀ ਹੈ, ਮਹਿਮਾ ਵਡਿਆਈ ਹੈ, ਕੋਈ ਕਥਨ ਨਹੀਂ ਕਰ ਸਕਦਾ। ਉਹਦੀ ਕੀਰਤੀ ਵਡਿਆਈ ਨੂੰ ਕੋਈ ਪੂਰਾ ਨਹੀਂ ਕਹਿ ਸਕਦਾ ਹੈ। ਆਦ ਊ ਅਪਾਰ ਨਿਰਭਿਖ ਬੇਅੰਤ। ਆਦ ਤੋਂ ਰਹਿਤ ਹੈ, ਉਹਦਾ ਆਦ ਦਾ ਪਾਰਾਵਾਰ ਨਹੀਂ ਹੈ, ਵੀ ਕਿੱਥੋਂ ਸ਼ੁਰੂ ਹੋਇਆ ਕਿੱਥੇ ਜਾ ਕੇ ਸਮਾਪਤ ਹੁੰਦਾ ਹੈ। ਨਿਰਭਿਖ ਵਿਕਾਰ ਤੋਂ ਰਹਿਤ ਹੈ। ਬਾਕੀ ਸਭ ਜੀਅ ਜੰਤ ਵਿਕਾਰਾਂ ਨਾਲ ਭਰੇ ਪਏ। ਫਿਰ ਉਹ ਅੰਤ ਤੋਂ ਰਹਿਤ ਬੇਅੰਤ ਹੈ। ਵਰਣੀ ਨਾ ਜਾਤ ਜਿਹ ਰੰਗ ਰੇਖ। ਹਾਂ, ਜਿਸਦਾ ਰੰਗ ਤੇ ਰੇਖ ਜਿਹੜਾ ਕੋਈ ਹੈ, ਹੱਥਾਂ ਤੇ ਰੇਖਾ ਜੀ ਹੁੰਦੀ ਹੈ, ਮੱਥੇ ਤੇ ਰੇਖਾ ਹੁੰਦੀਆਂ, ਪੈਰਾਂ ਵਿੱਚ ਵੀ ਰੇਖਾ ਜੀਆਂ ਹੁੰਦੀਆਂ। ਉਹਨਾਂ ਰੇਖਾ ਰੁੱਖਾਂ ਨੂੰ ਦੇਖ ਕੇ ਕਈ ਅਨੁਮਾਨ ਜਿਹਾ ਲਾ ਕੇ ਦੱਸਦੇ ਵੀ ਤੇਰੀ ਏਡੀ ਵੱਡੀ ਉਮਰ ਹੋਊਗੀ। ਟੁੱਟੀ ਫੁੱਟੀ ਜੀ ਉਹ ਰੇਖ ਦੇ ਕੇ ਕਹਿੰਦੇ ਇੱਥੇ ਤੈਨੂੰ ਮਰਨ ਦਾ ਖਤਰਾ ਹੈ ਜੀ, ਤੇਰੀ ਜਾਨ ਵੀ ਜਾ ਸਕਦੀ ਹੈ। ਆਹ ਵੀ ਸਹਾਇਕ ਰੇਖਾ ਹੈ।
भी तू मरण वर्गा हो जाएगा, वो मरेगा नहीं, क्योंकि ये सहायक रेखा हेठा है कि ये चंद्र रेखा है जी, भाग रेखा है, ये दिमाग रेखा है, ये बुध रेखा है, ये तन रेखा है जी, ये आयु रेखा है। परमेश्वर का कोई नहीं रेखा। वे रेखा तो रहत रंगा तो वैत ज्ञान नहीं कीचा सकता भी किहो जी रेखा वाला किहो जी रंग वाला है। अद्भुत अनंत अत बल अपेख, हे आश्चर्य है, अनंत अंत तो रहत है, अति बल वाला है, बहुते बल वाला है। पेखा तो रहत है, पेखाधारी नहीं हो, पखंडी नहीं है परमेश्वर। अनखंड चित अविकार रूप, फिर ਜਿਹੜਾ ਚਿੱਤ ਅਨਖੰਡ ਹੈ, ਇਹ ਸਾਡਾ ਤਾਂ ਚਿੱਤ ਤਰ੍ਹਾਂ ਤਰ੍ਹਾਂ ਦੀਆਂ ਚਿਤਵਨੀਆਂ ਕਰਕੇ ਖਿੰਡਿਆ ਫਿਰਦਾ ਹੈ, ਉਹਦਾ ਚਿੱਤ ਅਨਖੰਡ ਹੈ। ਉਹ ਚਿਤਵਨੀਆਂ ਵਿੱਚ ਨਹੀਂ ਉਹਦਾ ਚਿੱਤ ਪਿਆ ਹੋਇਆ। ਫਿਰ ਵਿਕਾਰਾਂ ਤੋਂ ਰਹਿਤ ਉਹਦਾ ਸੋਹਣਾ ਰੂਪ ਹੈ। ਦੇਵਾਨ ਦੇਵ ਮਹਿਮਾ ਅਨੂਪ, ਦੇਵਤਿਆਂ ਦਾ ਦੇਵ ਹੈ, ਪ੍ਰਕਾਸ਼ਿਕ ਹੈ। ਦੇਵਤਿਆਂ ਦਾ ਵੱਡਾ ਦੇਵ ਹੈ, ਵੱਡਾ ਦੇਵਤਾ ਹੈ, ਅਨੂਪਮੀ ਅਨੋਖੀ ਉਪਮਾ ਤੋਂ ਰਹਿਤ ਉਹ ਮਹਿਮਾ ਵਾਲਾ ਹੈ। ਉਸਤਤੀ ਨਿੰਦ ਜਿਹ ਇੱਕ ਸਮਾਨ, ਉਹਦੀ ਕੋਈ ਉਸਤਤੀ ਕਰੀ ਜਾਏ, ਉਹਨੂੰ ਉਹਦੀ ਨਿੰਦਿਆ ਕਰੀ ਜਾਏ, ਪਰਮੇਸ਼ਰ ਨੂੰ ਇੱਕ ਸਮਾਨ ਹੈ, ਇੱਕ ਬਰਾਬਰ ਹੀ ਹੈ। ਉਸਤਤੀ ਕਰਨ ਤੋਂ ਫੁੱਲਦਾ ਨਹੀਂ ਹੈ, ਨਿੰਦਿਆ ਕਰਨ ਕਰਕੇ ਮੁਰਝਾਉਂਦਾ ਨਹੀਂ, ਉਪਰਾਮ ਨਹੀਂ ਹੁੰਦਾ ਹੈ। ਆਬਾ ਅਖੰਡ ਮਹਿਮਾ ਮਹਾਨ, ਉਹ ਪਰਮੇਸ਼ਰ ਦੀ ਜਿਹੜੀ ਮਹਿਮਾ ਸੋਭਾ ਹੈ, ਅਖੰਡ ਹੈ, ਇੱਕ ਰਸ ਹੈ, ਇਹ ਮਹਾਨ ਮਹਿਮਾ ਹੈ ਉਸਦੀ। ਅਵਿਕਾਰ ਚਿਤ ਅਨਭਵ ਪ੍ਰਕਾਸ਼, ਚਿੱਤ ਵਿਕਾਰਾਂ ਤੋਂ ਰਹਿਤ ਵਾਲਾ ਹੈ, ਇਹ ਅਨੁਭਵ ਦੁਆਰਾ ਉਹ ਪ੍ਰਕਾਸ਼ ਦਾ ਹੈ। ਘਟ ਘਟ ਵਿਆਪ ਨਿਸ ਦਿਨ ਉਦਾਸ, ਘਟਾਂ ਘਟਾਂ ਵਿੱਚ ਵਿਆਪਿਆ ਹੋਇਆ ਹੈ, ਐਡਾ ਵਿਆਪਿਆ ਹੋਣ ਕਰਕੇ ਫਿਰ ਵੀ ਦਿਨ ਰਾਤ ਉਪਰਾਮ ਰਹਿੰਦਾ ਹੈ। ਇਉਂ ਸਮਝਦਾ ਵੀ ਸ਼ਾਇਦ ਮੈਂ ਕਿਤੇ ਨਹੀਂ ਹਾਂ। ਇਹ ਤਾਂ ਜਿਹੜਾ ਸਾਰੇ ਹੋਵੇ ਉਹਦੇ ਅੰਦਰ ਤਾਂ ਫਿਰ ਹੋ ਹੀ ਜਾਂਦਾ ਨਾ ਫੂੰ ਫਾਂ ਜੀ, ਅੱਗੇ ਵਧਾਈ ਹੈ, ਫਿਰ ਵੀ ਉਹ ਉਪਰਾਮ ਰਹਿੰਦਾ, ਉਦਾਸ ਰਹਿੰਦਾ ਹੈ। ਇਹ ਭਾਂਤ ਦਤ ਉਸਤਤ ਉਚਾਰ, ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜਾ ਇਹ ਦੱਤਾਤਰੇਵ ਹੈ, ਇਸ ਨੇ ਅਕਾਲ ਪੁਰਖ ਵਾਹਿਗੁਰੂ ਦੀ ਉਸਤੀ ਉਚਾਰਨ ਕੀਤੀ। ਦੰਡਵਤ ਕੀਨ ਅਤਰਜ ਉਦਾਰ, ਜੋ ਅਤਰੇ ਤੋਂ ਰਿਕੀ ਤੇ ਘਰ ਦੇ ਵਿੱਚ ਜਪ ਪੈਦਾ ਹੋਇਆ, ਗੁਣ ਦੱਤਾਤਰੇ ਹੈ। ਜੋ ਅਤਰੇ ਰਿਕੀ ਦਾ ਪੁੱਤਰ ਬੜਾ ਔਲਾਰ ਹੈ, ਸ੍ਰੇਸ਼ਟ ਹੈ, ਮਹਾਤਮਾ। ਉਹਨੇ ਡੰਡੇ ਵੱਲ ਸਿੱਧਾ ਪੈ ਕੇ ਅਕਾਲ ਪੁਰਖ ਨੂੰ ਨਮਸਕਾਰ ਕੀਤੀ, ਬੰਦਨਾ ਕੀਤੀ ਹੈ। ਅਰ ਭਾਂਤ ਭਾਂਤ ਉਠ ਪਰਤ ਚਰਨ, ਫੇਰ ਵੀ ਇੱਕ ਵਾਰੀ ਮੱਥਾ ਟੇਕ ਕੇ ਵੀ ਕਹਿੰਦੇ ਤਰ੍ਹਾਂ ਤਰ੍ਹਾਂ ਨਾਲ ਉੱਠ ਉੱਠ ਕੇ ਉਹਦੇ ਚਰਨੀ ਪੈਂਦਾ, ਬਾਰ ਬਾਰ ਮੱਥੇ ਟੇਕਦਾ ਉਹ ਦੱਤਾਤਰੇ। ਜਾਨੀ ਨ ਜਾਏ ਜਿਹ ਜਾਤ ਵਰਨ, ਹਾਂ, ਜਿਹੜੀ ਕੋਈ ਜਾਤ ਬਾਰੇ ਉਹ ਕਥਨ ਨਹੀਂ, ਬਿਆਨ ਨਹੀਂ ਕੀਤੀ ਜਾ ਸਕਦੀ, ਜਾਂ ਜਾਤ ਤੇ ਵਰਨ ਰੰਗ ਵਗੈਰਾ ਜਾਣਿਆ ਨਹੀਂ ਜਾ ਸਕਦਾ ਹੈ। ਜੋ ਕਰੈ ਕ੍ਰਿਤ ਕਈ ਜੁਗ ਉਚਾਰ, ਜੇ ਭਲਾ ਕਈ ਜੁਗਾਂ ਤੱਕ ਉਹਦੀ ਕੀਰਤੀ ਕੋ ਉਚਾਰਨ ਕਰਦਾ ਰਹੇ, ਉਹਦੀ ਵਡਿਆਈ ਕਰਦਾ ਰਹੇ। ਨਹੀਂ ਤਦਿਪ ਤਾਸ ਲਹਿ ਜਾਤ ਪਾਰ, ਤਾਂ ਵੀ ਉਸਦਾ ਜਿਹੜਾ ਪਾਰਾਵਾਰ ਹੈ, ਲਿਖਿਆ ਜਾਣਿਆ ਨਹੀਂ ਜਾ ਸਕਦਾ ਹੈ। ਮਮ ਅਲਪ ਬੁੱਧ ਤਵ ਗੁਣ ਅਨੰਤ, ਆਪ ਭਾਵੇਂ ਪਰਮੇਸ਼ਰ ਰੂਪ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਪਰ ਫਿਰ ਵੀ ਦਾਸਾ ਭਾਵ ਵਿੱਚ ਨਿਮਰਤਾ ਨਾਲ ਕਹਿੰਦੇ ਹੈ, ਮੇਰੀ ਤਾਂ ਤੁਝ ਥੋੜ੍ਹੀ ਬਹੁਤ ਹੈ, ਉਹ ਗੁਨਾਹ ਕਰਕੇ ਅਨੰਤ ਹੈ, ਬੇਅੰਤ ਹੈ। ਵਰਨਾ ਨਾ ਜਾਤ ਤੁਮਰੀ ਬੇਅੰਤ, ਇਸ ਕਰਕੇ ਮੈਥੋਂ ਤਾਂ ਕਥਨ ਨਹੀਂ ਕੀਤਾ ਜਾ ਸਕਦਾ ਹੈ,
ਤੁਸੀਂ ਮਹਾਰਾ ਬੜੇ ਬੇਅੰਤ ਬੇਅੰਤ ਹੋ। ਤਵ ਗੁਣ ਅਤ ਊਚ ਅੰਬਰ ਸਮਾਨ। ਮਹਾਰਾ ਤੁਹਾਡੇ ਵਿੱਚ ਬੇਅੰਤ ਗੁਣ ਹੈ, ਤੇਰੇ ਵਿੱਚ ਗੁਣ ਬੇਅੰਤ ਹੈ, ਤੇ ਆਕਾਸ਼ ਵਾਂਗਾ ਬਹੁਤ ਉੱਚੇ ਹੋ। ਮਮ ਅਲਪ ਬੁੱਧ ਬਾਲਕ ਅਜਾਨ। ਮੇਰੀ ਮਹਾਰਾਜ ਥੋੜੀ ਬੁੱਧ ਹੈ, ਮੈਂ ਤਾਂ ਜਿਵੇਂ ਅਣਜਾਣ ਬਾਲਕ ਹੁੰਦਾ ਇਉਂ ਬੇਸਮਝ ਬੱਚੇ ਵਰਗਾ ਹਾਂ। ਕਿਮ ਸਕੋ ਬਰਨ ਤੁਮਰੇ ਪ੍ਰਭਾਵ। ਇਸ ਕਰਕੇ ਤੁਹਾਡੇ ਪ੍ਰਭਾਵ ਨੂੰ, ਤੇਜ ਪ੍ਰਤਾਪ ਨੂੰ, ਹੇ ਪਰਮੇਸ਼ਰ, ਮੈਂ ਥੋੜੀ ਬੁੱਧ ਵਾਲਾ ਅਣਜਾਣ ਬਾਲਕ ਕਿਵੇਂ ਕਥਨ ਕਰ ਸਕਦਾ ਹਾਂ। ਤਵ ਪਰਾ ਸ਼ਰਨ ਤਜ ਸਭ ਉਪਾਵ। ਇਸ ਕਰਕੇ ਹੇ ਪਰਮੇਸ਼ਰ, ਮੈਂ ਤਾਂ ਸਾਰੇ ਉਪਰਾਲੇ ਹੀਲੇ ਜਸ਼ਨ ਛੱਡ ਕੇ ਇੱਕ ਤੇਰੀ ਹੀ ਸ਼ਰਨ ਪਿਆ ਹਾਂ। ਜਿਹ ਲਖਤ ਚਤਰ ਨਹਿ ਭੇਦ ਭੇਦ। ਇਹ ਖਾਲਸਾ ਜੀ, ਜਿਸ ਪਰਮੇਸ਼ਰ ਦਾ ਜਿਹੜਾ ਭੇਦ ਹੈ ਉਹ ਚਤਰ ਜੋ ਲੋਕ ਵੀ ਨਹੀਂ ਜਾਣ ਸਕਦੇ, ਤੇ ਭੇਦ ਵੀ ਨਹੀਂ ਭੇਦ ਜਾਣ ਸਕਦੇ ਹਨ। ਆਬਾ ਅਨੰਤ ਮਹਿਮਾ ਅਛੇਦ। ਉਹਦੀ ਸ਼ੋਭਾ ਬੇਅੰਤ ਹੈ, ਉਹਦੀ ਜਿਹੜੀ ਮਹਿਮਾ ਹੈ ਨਾ ਛਿਜਣ ਵਾਲੀ ਨਾ ਨਾਸ ਹੋਣ ਵਾਲੀ ਹੈ। ਗੁਣ ਗਣਤ ਚਤਰ ਮੁਖ ਪਰਾਹਾਰ। ਉਹਦੇ ਗੁਣਾਂ ਨੂੰ ਗਣਤ ਕੀਏ ਵਿਚਾਰਦਾ ਚਾਰ ਮੂੰਹਾਂ ਵਾਲਾ ਬ੍ਰਹਮਾ ਵੀ ਹਾਰ ਪਿਆ ਹੈ, ਹੰਬ ਗਿਆ ਹੈ। ਤਬ ਨੇਤ ਨੇਤ ਕਿਨੋ ਉਚਾਰ। ਅਖੀਰੀ ਹੰਬ ਹਾਰ ਕਿਉ ਬ੍ਰਹਮਾ ਨੇ ਵੀ ਪਰਮੇਸ਼ਰ ਬੇਅੰਤ ਹੈ, ਪਰਮੇਸ਼ਰ ਬੇਅੰਤ ਹੈ, ਇਉਂ ਉਚਾਰਨ ਕੀਤਾ। ਥਕ ਗਿਰਿਓ ਬ੍ਰਿਧ ਸਿਰ ਲਿਖਤ ਕਿਤ। ਉਹ ਪਰਮੇਸ਼ਰ ਬ੍ਰਹਮਾ ਪਰਮੇਸ਼ਰ ਦੀ ਕੀਰਤੀ ਵਡਿਆਈ ਲਿਖਦਾ ਲਿਖਦਾ ਅਖੀਰੀ ਕਹਿੰਦੇ ਸਿਰ ਭਰਨੇ ਸਿਰ ਭਾਰ ਹੋ ਕੇ ਡਿੱਗ ਪਿਆ। ਇਹ ਬਿਰਧ ਹੈ ਕਿ ਬਿਰਧ ਦਾ ਅਰਥ ਵੀ ਇੱਥੇ ਬ੍ਰਹਮ ਹੀ ਹੈ, ਕਿਉਂਕਿ ਉਹ ਕਾਵਿ ਦੇ ਨਿਯਮਾਂ ਵਿੱਚ ਜੇ ਉਹ ਮਾਤਰਾ ਪੂਰੀਆਂ ਕਰਨੀਆਂ ਸੀ, ਇਸ ਕਰਕੇ ਬਿਰਧ ਕਰ ਦਿੱਤਾ ਹੈ। ਜੇ ਉਹ ਹੇਠਾਂ ਰਾਰਾ ਲਾਇਆ ਹੈ ਤੇ ਉਚਾਰਨ ਵਿੱਚ ਆ ਜਾਂਦਾ ਹੈ, ਰਾਰਾ ਮਾਤਰਾ ਵਿੱਚ ਨਹੀਂ, ਗਿਣਤੀ ਵਿੱਚ ਨਹੀਂ ਆਉਂਦਾ ਹੈ। ਇਸ ਕਰਕੇ ਉਹ ਕਾਵਿ ਦੇ ਨਿਯਮਾਂ ਨੂੰ ਸਾਹਮਣੇ ਰੱਖ ਕੇ ਉਹ ਵੀ ਪੂਰੇ ਕੀਤੇ ਹੈ। ਦੂਜਾ ਵੀ ਉਹ ਮਾਤਰਾ ਵੱਧ ਨਾ ਜਾਵੇ, ਉਹ ਹੇਠਾਂ ਲਾਤਾ ਰਾਰਾ। ਅਰਥ ਵਿੱਚ ਬਿਰਧ ਦਾ ਅਰਥ ਬ੍ਰਹਮਾ ਹੁੰਦਾ, ਬਿਰਧ ਦਾ ਅਰਥ ਵੀ ਬ੍ਰਹਮ ਹੀ ਹੈ। ਜਿਵੇਂ ਥਾਨ ਸਥਾਨ ਅਸਥਾਨ ਹੈ ਤਾਂ ਉਹ ਇੱਕੋ ਹੀ ਅਰਥ, ਥਾਂ ਕਹਿ ਦਿਓ, ਥਾਨ ਕਹਿ ਦਿਓ, ਸਥਾਨ ਕਹਿ ਦਿਓ, ਅਸਥਾਨ ਕਹਿ ਦਿਓ। ਇਵੇਂ ਇਹ ਉਹ ਮਾਤਰਾ ਪੂਰੀਆਂ ਕਰਨ ਵਾਸਤੇ ਬਿਰਧ ਲਫ਼ਜ਼ ਹੈ। ਉਹਦੀ ਕੀਰਤੀ ਕਰਦਾ ਕਰਦਾ ਲਿਖਦਾ ਲਿਖਦਾ ਜਿਹੜਾ ਬ੍ਰਹਮ ਹੈ ਉਹ ਸਿਰ ਪਰਨੇ ਹੋ ਡਿੱਗਿਆ। ਚੱਕ ਰਹੇ ਬਾਲ ਖਿਲਾਦ ਚਿਤ। ਇਸ ਤਰ੍ਹਾਂ ਜਿਹੜੇ ਬਾਲ ਖਿਲ ਰਖੀ ਹੈ, ਇਹ 60,000 ਗਿਣਤੀ ਵਿੱਚ ਹੈ ਬਾਲ ਖਿਲ। ਇਹ ਜਿਹੜਾ ਕਰਤ ਰਖੀ ਹੋਇਆ, ਇਹਦੇ ਘਰਵਾਲੀ ਦਾ ਨਾਂ ਕਿਰਿਆ ਲਿਖਿਆ ਹੈ। ਇਸ ਤਰ੍ਹਾਂ ਉਹ ਕਰਤ ਰਖੀ ਦੇ ਬਿੰਦ ਰਾਹੀਂ ਇਹ ਜਿਹੜੇ 60,000 ਬਾਲ ਖਿਲੇ ਪੈਦਾ ਹੋਏ ਹੈ। ਇਹਨਾਂ ਦਾ ਕੱਦ ਕਾਠ ਕਹਿੰਦੇ ਅੰਗੂਠੇ ਕੁ ਜਿੱਡਾ ਹੈ, ਤੇ ਪੰਛੀਆਂ ਦੇ ਨਾਲੋਂ ਵੀ ਜ਼ਿਆਦਾ ਇਹ ਉੱਡ ਕੇ ਚੱਲ ਸਕਦੇ। ਜਿਹੜੇ ਆ ਸੂਰਜ ਦਾ ਰਥ ਹੈ, ਇਹਦੀ ਰਾਖੀ ਕਹਿੰਦੇ 60,000 ਰਖੀ ਬਾਲ ਖਿਲ ਕਰਦੇ। ਇਹਦੇ ਇਰਦ ਗਿਰਦ 60,000 ਜਿਹੜੇ ਬਾਲ ਖਿਲ ਰਖੀ ਰਹਿੰਦੇ ਹੈ ਸੂਰਜ ਦੇ ਰਥ ਤੇ, ਬਾਕੀ ਨਹੀਂ ਕਹਿੰਦੇ ਹੋਰ ਕੋਈ ਚੱਲ ਸਕਦਾ। ਪੰਛੀ ਵਗੈਰਾ ਇਹ ਬਾਲ ਖਿਲ ਕਿੰਨੇ ਤੇਜ਼ ਚੱਲਦੇ ਸੂਰਜ ਦੇ ਰਥ ਨਾਲ। ਇਸ ਤਰ੍ਹਾਂ ਇਹ ਜਿਹੜਾ ਕਰਤ ਲਿਖੀ ਹੈ ਬ੍ਰਹਮਾ ਦੇ ਹੱਥਾਂ ਰਾਹੀਂ ਪੈਦਾ ਹੋਇਆ। ਤੇ ਜਿਹੜਾ ਕਰਦਮ ਲਿਖੀ ਸੀ ਉਹਦੀ ਲੜਕੀ ਸੀ ਕਿਰਿਆ, ਤੇ
ਇਹ ਕਰਤਰੀਕੀ ਨੂੰ ਵਿਆਹੀ ਹੋਈ ਸੀ, ਉਹਦੇ ਰਾਹੀਂ ਇਹ ਹੋਇਆ ਸੀ। ਬਾਲ ਕਿਲੇ 60,000। ਕਈਆਂ ਨੇ ਐਸਾ ਲਿਖ ਦਿੱਤਾ ਵੀ ਜਿਹੜਾ ਬ੍ਰਹਮਾ ਸੀ ਉਹ ਪਾਰਵਤੀ ਤੋਂ ਤੱਕ ਕਰਕੇ ਉਹਦਾ ਬਿੰਦ ਡਿੱਗ ਪਿਆ ਸੀ। ਫਿਰ ਉਹ ਡਿੱਗਣ ਕਰਕੇ ਬਿੰਦ ਪਾਤ ਹੋਣ ਤੋਂ ਉਹ ਤੋਂ ਕਹਿੰਦੇ ਫਿਰ ਇਹ ਬਾਲ ਕਿਲਰਕੀ ਪੈਦਾ ਹੋ ਗਏ। ਇਸ ਤਰ੍ਹਾਂ ਦੇ ਪ੍ਰਸੰਗੇ 60 ਬਾਲ ਕਿਲਰਕੀਆਂ ਦੇ ਅੰਗੂਠੇ ਜਿੱਡੇ ਇਹਨਾਂ ਦੇ ਕੱਢ ਕਾਠ ਹੈ। ਤੇਜ ਬਹੁਤ ਸਗਲੇ ਸੂਰਜ ਦੇ ਰਸ ਨਾਲ ਚੱਲਦੇ ਸਹਿਤਾ ਲਈ। ਉਹ ਕਹਿੰਦੇ ਜਿਹੜੇ 60,000 ਬਾਲ ਖਿਲ ਹੈ ਇਹ ਵੀ ਉਹ ਪਰਮੇਸ਼ਰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਇਹ ਕੀਰਤੀ ਕਰਕੇ ਉਹ ਹੈਰਾਨ ਹੋ ਰਹੇ, ਚਰਜ ਹੋ ਰਹੇ ਹਨ। ਗੁਣ ਗਾਨਤ ਚਤਰ ਮੁਖ ਹਾਰ ਮਾਨ। ਸਮੂਹ ਗੁਣਾਂ ਨੂੰ ਵਿਚਾਰਦਿਆਂ ਪ੍ਰਚਾਰਦਿਆਂ ਚਾਰ ਮੂੰਹਾਂ ਵਾਲਾ ਬ੍ਰਹਮਾ ਵੀ ਹਾਰ ਮੰਨ ਗਿਆ ਹੈ। ਹਠ ਤਜ ਬੇਅੰਤ ਕਿੰਨੋ ਬਖਾਨ। ਮੇਰੀ ਹਠ ਜਾਏ ਛੱਡ ਕੇ ਵੀ ਹੈ ਪਰਮੇਸ਼ਰ ਤੂੰ ਬੇਅੰਤ ਹੈ, ਹੇ ਪਰਮੇਸ਼ਰ ਤੂੰ ਬੇਅੰਤ ਹੈ। ਉਹੀ ਉਸਨੇ ਕਥਨ ਕੀਤਾ ਹੈ। ਤਹ ਜਪਤ ਰੁਦਰ ਜੁਗ ਕੋਟ ਬੀਤ। ਉਸ ਪਰਮੇਸ਼ਰ ਨੂੰ ਜਪਦਿਆਂ ਜਪਦਿਆਂ ਜਿਹੜਾ ਸ਼ਿਵ ਜੀ ਹੈ ਉਹਨੂੰ ਕਰੋੜਾਂ ਯੁਗ ਬੀਤ ਗਏ। ਪਹਿ ਗਈ ਗੰਗ ਸਿਰ ਮੁਰ ਨ ਚੀਤ। ਭਾਵੇਂ ਉਹਦੇ ਸਿਰ ਤੋਂ ਗੰਗਾ ਵਗ ਗਈ, ਗੰਗਾ ਚੱਲ ਪਈ, ਪਰ ਫਿਰ ਵੀ ਉਹਦਾ ਜਿਹੜਾ ਚਿੱਤ ਸਿਮਰਨ ਵੱਲੋਂ ਨਹੀਂ ਮੁੜਿਆ। ਉਹਦੇ ਸਿਮਰਨ ਵਿੱਚ ਹੀ ਉਹ ਲੱਗਾ ਰਿਹਾ ਸ਼ਿਵ ਜੀ। ਕਈ ਕਲਪ ਬੀਤ ਜਿਹ ਧਰਤ ਧਿਆਨ। ਜਿਸ ਨੂੰ ਧਿਆਨ ਧਰਦਿਆਂ ਧਰਦਿਆਂ ਬ੍ਰਹਮਾ ਦੇ ਕਲਪ ਦਿਨ ਕਿੰਨੇ ਹੀ ਲੰਘ ਗਏ, ਬੀਤ ਗਏ। ਨਹੀਂ ਤਦਪ ਧਿਆਨ ਆਏ ਸੁਜਾਨ। ਵੀ ਜਿਹੜੇ ਸੁਗੜ ਸੁਜਾਨ ਵਾਹਿਗੁਰੂ ਜੀ ਉਹ ਸਬਜੀ ਦੇ ਵਿੱਚ ਧਿਆਨ ਵਿੱਚ ਨਹੀਂ ਆ ਸਕੇ, ਉਹ ਜਾਣ ਨਹੀਂ ਸਕਿਆ ਵੀ ਕਿੰਨਾ ਪਰਮੇਸ਼ਰ ਮਹਾਨ ਹੈ। ਜਪ ਕੀਨ ਨਾਲ ਬ੍ਰਹਮਾ ਪ੍ਰਵੇਸ਼। ਇਸੇ ਤਰ੍ਹਾਂ ਜਦੋਂ ਬ੍ਰਹਮਾ ਨੇ ਉਹ ਕਬਲ ਦੀ ਨਾਲੀ ਵਿੱਚ ਪ੍ਰਵੇਸ਼ ਕੀਤਾ ਸੀ, ਡਿੱਗਿਆ ਸੀ। ਮਨ ਮਨ ਮਹਾਨ ਦਿਜ ਬਰ ਦਿਜੇਸ਼। ਜਿਹੜਾ ਉਹ ਮਹਾਨ ਮੰਨਣਸ਼ੀਲ ਮੁਨੀ ਹੈ ਤੇ ਦਿਜ ਬਰ ਸ੍ਰੇਸ਼ਟ ਬ੍ਰਾਹਮਣ ਹੈ ਤੇ ਇਸ ਬ੍ਰਾਹਮਣ ਦਾ ਈਸ਼ਰਾ, ਬ੍ਰਾਹਮਣਾਂ ਦਾ ਈਸ਼ਰ ਵੀ ਹੈ, ਬ੍ਰਾਹਮਣਾਂ ਦਾ ਮਾਲਕ ਬ੍ਰਹਮਾ ਹੈ। ਨਹੀਂ ਕਮਲ ਨਾਲ ਕੋ ਲਖਾ ਪਾਰ। ਕਹਿੰਦੇ ਕਬਲ ਦੀ ਨਾਲੀ ਦਾ ਉਹ ਪਾਰ ਨਹੀਂ ਜਾਣ ਸਕਿਆ, ਹੱਦ ਬੰਨਾ ਨਹੀਂ ਸਮਝ ਸਕਿਆ ਹੈ। ਕਹੋ ਤਾਸ ਕੈਸ ਪਾਵੈ ਵਿਚਾਰ। ਉਹਦੀ ਕਬਲ ਦੀ ਨਾਲੀ ਦਾ ਹੀ ਨਹੀਂ ਪਾਰ ਸਕਿਆ ਤੇ ਜਿਹੜਾ ਪਰਮੇਸ਼ਰ ਉਸਦਾ ਕਿਵੇਂ ਕਿਸ ਤਰ੍ਹਾਂ ਕੋਈ ਪਾਰਾਵਾਰ ਪਾ ਸਕਦਾ, ਵਿਚਾਰ ਪਾ ਸਕਦਾ, ਵਿਚਾਰ ਕੇ ਦੱਸ ਸਕਦਾ ਵੀ ਪਰਮੇਸ਼ਰ ਐਸਾ ਹੈ। ਪਰਨੀ ਨਾ ਜਾਤ ਜਿਹ ਸ਼ਬ ਸੁਰੰਗ। ਜਿਹਦੀ ਸੋਹਣੇ ਰੰਗ ਵਾਲੀ ਜਿਹੜੀ ਛਵੀ ਹੈ, ਸੁੰਦਰਤਾ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਆਬਾ ਅਪਾਰ ਮਹਿਮਾ ਅਭੰਗ। ਬੜੀ ਆਬਾ ਸੋਭਾ ਪਾਰਾਵਾਰ ਤੋਂ ਰਹਿਤ ਹੈ, ਜਿਹੜੀ ਮਹਿਮਾ ਹੈ ਉਹ ਤਾਂ ਨਾਸ ਤੋਂ ਰਹਿਤ ਹੈ। ਜਿਹ ਏਕ ਰੂਪ ਕਿੰਨੇ ਅਨੇਕ। ਜਿਸ ਪਰਮੇਸ਼ਰ ਨੇ ਇੱਕ ਆਪਣੇ ਤੋਂ ਅਨੇਕਾਂ ਰੂਪ ਧਾਰਨ ਕੀਤੇ ਹੋਏ ਹਨ। ਪਗ ਛੋਰ ਆਨ ਤਿਹ ਧਰੋ ਟੇਕ। ਮਹਾਰਾਜ ਕਹਿੰਦੇ ਐਸੇ ਪਰਮੇਸ਼ਰ ਦੇ ਚਰਨਾਂ ਦਾ ਓਟ ਉਤਾਰੋ, ਹੋਰਨਾਂ ਨੂੰ ਛੱਡ ਕੇ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਪੈ ਜਾਓ ਭਾਈ। ਰੂਆਲ ਛੰਦ ਭਾਂਤ ਭਾਂਤ ਬੇਅੰਤ ਦੇਸ਼। ਤਰ੍ਹਾਂ ਤਰ੍ਹਾਂ ਦੇ ਜਿਹੜੇ ਬੇਅੰਤ ਦੇਸ਼ ਹਨ। ਭਵੰਤ ਕਿਰਤ ਉਚਾਰ। ਸਾਰੇ ਕਹਿੰਦੇ ਉਹਦੀ ਕੀਰਤੀ ਉਚਾਰਨ ਕਰਦੇ ਭਵੰਤ ਕੀਏ ਫਿਰਦੇ ਹਨ, ਚੱਕਰ ਕਰ ਕੱਟਦੇ ਹਨ। ਭਾਂਤ ਭਾਂਤ ਪਗੋ ਲਗਾ। ਤੇ ਕਿਰਤ ਪਾਰਸ਼ ਕਿਰਤ ਸ਼ਬਦ ਹੈ, ਇਹਦੇ ਨਿਰਤ ਸੀ, ਕਿਰਤ ਕੀਤਾ ਹੋਇਆ ਹੈ। ਭਾਂਤ ਭਾਂਤ ਪਗੋ ਲਗਾ। ਇਸੇ ਤਰ੍ਹਾਂ
ਤਜ ਗਰਭ ਅਤਰ ਕੁਮਾਰ ਅਤਰੇ ਰਿਖੀ ਦਾ ਸੁਪੁੱਤਰ ਤੱਤੇ ਤਰੀ। ਇਹ ਵੀ ਹੰਕਾਰ ਛੱਡ ਕੇ ਤਰ੍ਹਾਂ ਤਰ੍ਹਾਂ ਕਰਕੇ ਪਰਮੇਸ਼ਰ ਦੇ ਚਰਨੀ ਲੱਗਿਆ। ਕੋਟ ਬਰਖ ਕਰੀ ਜਬੈ ਕਰੋੜਾਂ ਬਰੇ ਤੱਕ ਹਰ ਸੇਵ ਵਾਚਿਤ ਲਾ। ਉਸ ਪਰਮੇਸ਼ਰ ਦੀ ਚਿੱਤ ਲਾ ਕੇ ਜਦੋਂ ਇਹਨੇ ਸੇਵਾ ਕੀਤੀ ਦੱਤਾਤਰੇय ਨੇ ਅਕਸਮਾਤ ਭਈ ਤਬੈ ਤਿਹ। ਉਸ ਦੇ ਤਾਈਂ ਅਚਨਚੇਤ ਇਸ ਤਰ੍ਹਾਂ ਹੋਈ। ਵਿਉਮ ਬਾਨ ਬਨਾ ਸਵਾਰ ਕੇ ਆਕਾਸ਼ਬਾਣੀ ਯਾਨੀ ਅਚਨਚੇਤ ਹੀ ਆਕਾਸ਼ਬਾਣੀ ਆਕਾਸ਼ ਦੁਆਰਾ ਉੱਪਰੋਂ ਬਚਨ ਆਇਆ ਹੈ। ਵਿਉਮ ਬਾਨੀ ਬਾਚ ਦਤ ਪ੍ਰਤ ਦਤ ਸਤ ਕਹੋ ਤੁਜੈ। ਇਹ ਆਕਾਸ਼ਬਾਣੀ ਦੁਆਰਾ ਜਿਵੇਂ ਦਿੱਤੇ ਤੇਰੇ ਤਾਈਂ ਬਚ ਕੀ ਕਿਹਾ ਪਰਮੇਸ਼ਰ ਨੇ। ਦਤ ਸਤ ਕਹੋ ਤੁਜੈ ਹੀ ਹੈ ਨਾ। ਇਹ ਵੀ ਦੱਤਾਤਰੇय ਤੇਰੇ ਤਾਈਂ ਜਿਹੜਾ ਸਤ ਬਚਨ ਸੱਚਾ ਬਚਨ ਮੈਂ ਕਹਿਣਾ ਹਾਂ। ਗੁਰਹੀਣ ਮੁਕਤ ਨਾ ਹੋਇ। ਉਹ ਸੱਚਾ ਬਚਨ ਕੀ ਹੈ ਵੀ ਗੁਰੂ ਤੋਂ ਬਗੈਰ ਕੋਈ ਮੁਕਤ ਨਹੀਂ ਹੁੰਦਾ ਹੈ। ਨਗੁਰੇ ਦਾ ਤਾਂ ਨਾ ਹੀ ਬੁਰਾ ਹੈ। ਕੁਕਰਾ ਸੁਕਰਾ ਗਰਦ ਵੈ ਕਾਕਾ ਸਰਪ ਨੈ ਤੁਲਕ ਲੈ। ਗੁਰਮੰਤਰਹੀਣਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਿਸ਼ਟ ਮੈਂ। ਮਹਾਰਾਜ ਕਹਿੰਦੇ ਜਿਹੜਾ ਕੋਈ ਗੁਰਮੰਤਰ ਤੋਂ ਹੀਣਾ ਨੂੰ ਤਿਰਕਾਰ ਜੋਗ ਹੈ ਉਹ ਤਾਂ ਭ੍ਰਿਸ਼ਟ ਹੈ। ਉਹਦੇ ਨਾਲੋਂ ਕਾਂ ਵੀ ਚੰਗਾ ਹੈ, ਸੱਪ ਵੀ ਚੰਗਾ ਹੈ, ਕੁੱਤੇ ਨਾਲੋਂ ਵੀ ਉਹ ਮਾੜਾ ਹੈ। ਇੱਥੇ ਕਹਿੰਦੇ ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ। ਕਹਿੰਦੇ ਸਾਡਾ ਮਨ ਸਾਫ ਹੈ ਜੀ। ਇਹ ਸਾਫ ਪਤਾ ਨਹੀਂ ਕਿਵੇਂ ਹੋ ਗਿਆ ਵੀ ਕਿਹੜਾ ਸਾਬਣ ਕਿਹੜਾ ਸ਼ੈਂਪੂ ਕਿਹੜੀ ਸਰਫ ਸੁਰਫ ਲਾ ਲਈ ਮਨ ਨੂੰ ਜਿਹਦੇ ਨਾਲ ਇਹਨਾਂ ਦੀ ਮੈਲ ਲੱਥਗੀ ਲਾਣੇ ਇਹਦੀ। ਜਿੰਨਾ ਵੱਡਾ ਝੂਠ ਇਹ ਲਾਣਾ ਬੋਲਦਾ ਨਾ ਸਿਰੇ ਲਾ ਲੈਂਦਾ ਹੈ। ਨਹੀਂ ਐਸਾ ਤਾਂ ਕੋਈ ਪਹਿਲਾਂ ਮਨ ਤਾਂ ਨਹੀਂ ਸਾਫ ਤਾਂ ਹੋ ਕਿਵੇਂ ਗਿਆ। ਜੇ ਸਾਫ ਹੋ ਗਿਆ ਤੇ ਇਹ ਜਿਹੀਆਂ ਗੱਲਾਂ ਤੋੜੋ ਕਰੋ। ਫਿਰ ਸ਼ਰਾਬਾਂ ਤੋੜੋ ਪੀਓ, ਪੁੱਠੇ ਕੰਮ ਤੋੜੋ ਕਰੋ। ਹੋਇਆ ਹੈ ਨਹੀਂ ਹੈ ਤਾਂ ਗੰਦਾ ਭ੍ਰਿਸ਼ਟ। ਪਰ ਉਹ ਅੰਧਾ ਅਕਲੀ ਬਾਹਰੇ ਮੂਰਖ ਅੰਧ ਗਿਆਨ। ਅੰਧ ਅਕਲ ਤੇ ਬਾਹਰੇ ਅੰਨਾ ਗਿਆਨ ਇਹਨਾਂ ਦਾ ਹੁੰਦਾ ਹੈ। ਵਿਥੇ ਵੀ ਉਹਦੇ ਜਨਮ ਨੂੰ ਤਿਰਕਾਰ ਹੈ। ਕਹਿੰਦੇ ਲੋੜ ਹੀ ਨਹੀਂ ਗੁਰੂ ਦੀ। ਉਹੀ ਠੀਕ ਹੈ ਮਨ ਸਾਫ। ਉਹ ਅਕਾਲ ਪੁਰਖ ਨੇ ਦੱਤਾਤਰੇय ਨੂੰ ਕਿਹਾ ਵੀ ਮੈਂ ਸੱਚਾ ਬਚਨ ਕਹਿਣਾ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਹੈ। ਰਾਵ ਰੰਕ ਪ੍ਰਜਾ ਵਜਾ ਭਾਵੇਂ ਕੋਈ ਰਾਵ ਰਾਜਾ ਹੋਵੇ, ਭਾਵੇਂ ਕੋਈ ਕੰਗਾਲ ਹੋਵੇ, ਪ੍ਰਜਾ ਹੋਵੇ। ਇਮ ਭਾਖ ਹੀ ਸਭ ਕੋ। ਭਾਵੇਂ ਕੋਈ ਕੰਗਾਲ ਭਾਵੇਂ ਰਾਜਾ ਪ੍ਰਜਾ ਹੈ। ਵਜਾ ਇਸ ਪ੍ਰਕਾਰ, ਵਜਾ ਦਾ ਅਰਥ ਹੈ ਪ੍ਰਕਾਰ। ਇਸ ਤਰ੍ਹਾਂ ਸਭ ਕੋਈ ਕਹਿੰਦਾ ਹੈ। ਕੋਟ ਕਸ਼ਟਨ ਕਿਉ ਕਰੋ। ਹਾਂ ਕੋਈ ਕਰੋੜਾਂ ਜਿਹੜੇ ਦੁੱਖ ਹੈ ਭਾਵੇਂ ਕਿਉਂ ਵੀ ਸਹਾਰਨਾ ਕਹੇ ਕੋਈ। ਨਹੀਂ ਐਸ ਦੇਹ ਉਧਾਰ। ਇਸ ਤਰ੍ਹਾਂ ਕਹਿੰਦੇ ਕਰੋੜਾਂ ਬਰੇ ਤੱਕ ਦੁੱਖ ਜਾਂ ਕਰੋੜਾਂ ਦੁੱਖ ਸਹਾਰਨੇ ਕਰਕੇ ਗੁਰੂ ਤੋਂ ਬਗੈਰ ਐਸੇ ਉਧਾਰ ਨਹੀਂ ਹੁੰਦਾ। ਗੁਰੂ ਦੁਆਰਾ ਹੀ ਕਲਿਆਣ ਹੁੰਦੀ ਹੈ। ਜਾਏ ਕੈ ਗੁਰ ਕੀਜੀਐ। ਇਸ ਕਰਕੇ ਉਹ ਦੱਤਾਤਰੇय ਜਾ ਕੇ ਗੁਰੂ ਧਾਰਨ ਕਰ ਲਈਏ। ਸੁਨ ਸਤ ਅਤਰ ਕੁਮਾਰ। ਇਹ ਵੀ ਸੱਚਾ ਬਚਨ ਸੁਣ ਲਾ ਤੇਰੇ ਰਿਖੀ ਦੇ ਕੁਮਾਰ ਲੜਕੇ ਸਪੁੱਤਰ। ਦਤ ਬਾਚ ਐਸ ਬਾਕ ਭਏ ਜਬੈ। ਦੱਤਾਤਰੇय ਨੇ ਬਚਨ ਕਿਹਾ ਜਦੋਂ ਇਸ ਤਰ੍ਹਾਂ ਦੇ ਆਕਾਸ਼ ਬਾਣੀ ਦੁਆਰਾ ਬਚਨ ਹੋਏ। ਤਬ ਦਤ ਸਤ ਸਰੂਪ। ਜਿਹੜਾ ਦਤ ਸਤ ਸਰੂਪ ਹੈ। ਸਿੰਧ ਸੀਲ ਸੋਬ੍ਰਿਤ ਕੋ ਨਦ। ਜਿਹੜਾ ਸੀਲ ਸੁਭਾਅ ਦਾ ਸਮੁੰਦਰ ਹੈ, ਸ੍ਰੇਸ਼ਟ ਬਿਰਤੀ ਵਾਲਾ ਹੈ ਤੇ ਦਰਿਆ ਵਰਗਾ ਹੈ। ਗਿਆਨ ਕੋ ਜਨ ਕੂਪ। ਯਾਨੀ ਬ੍ਰਹਮ ਗਿਆਨ ਦਾ ਤਾਂ ਖੂਹ ਵਾਂਗ ਮਹਾਨ ਹੈ, ਡੂੰਘਾ ਗਿਆਨ ਵਾਲਾ।
ਪਾਨ ਲਾਗ ਡੰਡੌਤ ਕੈ ਇਹ ਹਾਂ ਚਰਨੀ ਲੱਗ ਕੇ ਇਸ ਤਰ੍ਹਾਂ ਕਹਿੰਦੇ ਡੰਡੌਤ ਕੀਤੀ ਡੰਡੇ ਵੱਤ ਪੈ ਕੇ ਭਾਂਤ ਕੀਨ ਉਚਾਰ ਇਹ ਭਾਂਤ ਕੀਨ ਉਚਾਰ ਉਦੋਂ ਬਾਅਦ ਇਸ ਤਰ੍ਹਾਂ ਦੱਤਾਤਰੇय ਨੇ ਕਿਹਾ ਡੰਡੇ ਵੱਤ ਸਿੱਧਾ ਪੱਥਾ ਪੈ ਕੇ ਮੱਥਾ ਟੇਕ ਕੇ ਕੌਣ ਸੋ ਗੁਰ ਕੀਜੀਐ ਦੱਸੋ ਮਾਰਾ ਕਿਹੜਾ ਜਿਹੜਾ ਗੁਰੂ ਹੈ ਉਹ ਕਰੀਏ ਮੈਂ ਕਿਹਨੂੰ ਗੁਰੂ ਧਾਰਨ ਕਰਾਂ ਕਹਿ ਮੋਹ ਤਤ ਵਿਚਾਰ ਮੈਨੂੰ ਮਾਰਾ ਤਤ ਦੀ ਜਿਹੜੀ ਵਿਚਾਰ ਅਸਲੀਅਤ ਜਿਹੜੀ ਆ ਉਹ ਵਿਚਾਰ ਕੇ ਕਹਿ ਦਿਓ ਸਦਾ ਜਿਹੜੀ ਸਤ ਦੀ ਵਿਚਾਰ ਕਹਿ ਦਿਓ ਤਤ ਦੀ ਵਿਚਾਰ ਲੈ ਦਿਓ ਵਿਓਮ ਬਾਨੀ ਬਾਚ ਜੌਨ ਚਿਤ ਬਿਖੈ ਰੁਚੈ ਆਕਾਸ਼ ਬਾਣੀ ਦੁਆਰਾ ਫੇਰ ਕਿਹਾ ਗਿਆ ਵੀ ਜਿਹੜਾ ਚਿਤ ਵਿੱਚ ਤੈਨੂੰ ਰੁਚੈ ਕੀਏ ਚੰਗਾ ਲੱਗਦਾ ਸੋਈ ਕੀਜੀਐ ਗੁਰਦੇਵ ਉਹਨੂੰ ਬਈ ਤੂੰ ਆਪਣਾ ਗੁਰੂਦੇਵ ਗੁਰੂ ਧਾਰਨ ਕਰ ਲੈ ਜਿਹੜਾ ਚਿਤ ਨੂੰ ਚੰਗਾ ਲੱਗਦਾ ਹੈ ਤਿਆਗ ਕੈ ਕਰ ਕਪਟ ਕੋ ਇਸ ਕਰਕੇ ਛਲ ਫਰੇਬ ਛੱਡ ਕੇ ਚਿਤ ਲਾਇ ਕੀਜੈ ਸੇਵ ਗੁਰੂ ਦੀ ਚਿਤ ਲਾ ਕੇ ਤੂੰ ਵੀ ਸੇਵਾ ਕਰ ਰੀਝ ਹੈ ਗੁਰਦੇਵ ਤੋ ਜਦੋਂ ਤੇਰੇ ਉੱਪਰੋਂ ਗੁਰਦੇਵ ਗੁਰੂ ਜੀ ਪ੍ਰਸੰਨ ਹੋਣਗੇ ਤੁਮ ਪਾਏ ਹੋ ਬਰਦਾਨ ਉਹਨਾਂ ਦੇ ਪਾਸੋਂ ਵੀ ਤੂੰ ਬਰਦਾ ਦਾਨ ਪਾਵੇਂਗਾ ਪਰ ਪ੍ਰਾਪਤ ਕਰੇਗਾ ਇਉ ਨ ਹੋਏ ਉਧਾਰ ਪੈ ਵੀ ਦਿੱਤਾ ਤੇ ਬਿਨਾਂ ਤੂੰ ਗੁਰੂ ਤੋਂ ਐਵੇਂ ਕਿਵੇਂ ਤਾਂ ਉਧਾਰ ਨਹੀਂ ਹੋ ਸਕੇ ਸੁਨ ਲੇਹੁ ਦਤ ਸੁਜਾਨ ਇਹ ਵੀ ਸੁਗਰ ਸੁਜਾਨ ਦਿੱਤਾ ਤੇਰੇ ਸੁਣ ਲਾਏ ਬਚਨ ਸਾਡਾ ਪ੍ਰਥਮ ਮੰਤਰ ਦਇਓ ਜਿਨੈ ਇਹ ਆਕਾਸ਼ਬਾਣੀ ਸੁਣ ਕੇ ਸਭ ਤੋਂ ਪਹਿਲੇ ਜਿਹਨੇ ਕਹਿੰਦੇ ਮੰਤਰ ਸਲਾਹ ਦਿੱਤੀ ਵੀ ਤੂੰ ਗੁਰੂ ਵਾਰਨ ਕਰ ਸੋਈ ਜਾਣ ਕੈ ਗੁਰਦੇਵ ਉਹ ਪਰਮੇਸ਼ਰ ਨੇ ਸਲਾਹ ਦਿੱਤੀ ਸੀ ਵੀ ਤੂੰ ਗੁਰੂ ਵਾਲਾ ਬਣ ਕਹਿੰਦੇ ਫਿਰ ਜਿਸ ਪਰਮੇਸ਼ਰ ਨੇ ਸਲਾਹ ਦਿੱਤੀ ਸੀ ਉਸ ਨੂੰ ਹੀ ਦੱਤਾਤਰੇय ਨੇ ਆਪਣਾ ਗੁਰਦੇਵ ਜਾਣ ਲਿਆ ਸਭ ਤੋਂ ਪਹਿਲਾ ਗੁਰੂ ਅਕਾਲ ਪੁਰਖ ਨੂੰ ਧਾਰਨ ਕੀਤਾ ਜੋਗ ਕਾਰਨ ਕੋ ਚੱਲਾ ਉਦੋਂ ਬਾਅਦ ਗੁਰੂ ਧਾਰਨ ਕਰਕੇ ਕਾਰਨ ਯੋਗ ਦੇ ਕਰਨ ਵਾਸਤੇ ਚੱਲ ਪਿਆ ਜੀ ਜਾਣ ਕੈ ਅਨਭੇਵ ਆਪਣੇ ਦਿਲ ਵਿੱਚ ਜਾਣ ਕੇ ਜੋ ਭੇਦ ਤੋਂ ਰਹਿਤ ਪਰਮੇਸ਼ਰ ਹੈ ਤਾਤ ਮਾਤ ਰਹੇ ਮਨੈ ਕਰ ਜਿਹੜੇ ਮਾਂ ਪਿਓ ਹੈ ਤੇਰਾ ਰਕੀ ਹੈ ਮਾਂ ਜਿਹੜੀ ਅਨਸੂ ਹੈ ਦੋਵੇਂ ਮਾਂ ਪਿਓ ਨੂੰ ਮਨਾ ਕਰ ਵੀ ਤੂੰ ਨਾ ਜਾ ਕਰੋ ਮਾਨ ਬੈਨ ਨਾ ਏਕ ਇੱਕ ਵੀ ਮਾਂ ਪਿਓ ਦਾ ਬਚਨ ਨਹੀਂ ਮੰਨਿਆ ਕਹਿੰਦਾ ਹੁਣ ਮੈਂ ਅਕਾਲ ਪੁਰਖ ਨੂੰ ਗੁਰੂ ਧਾਰਨ ਕਰ ਲਿਆ ਤੇ ਉਹਨੂੰ ਪ੍ਰਸੰਨ ਕਰਕੇ ਪ੍ਰਗਟ ਕਰੂੰਗਾ ਘੋਰ ਕਾਨਨ ਕੋ ਚੱਲਾ ਹਾਂ ਮਾਂ ਦੇ ਕਹਿੰਦੇ ਆ ਭਿਆਨਕ ਜੰਗਲ ਵੱਲ ਨੂੰ ਚਲਾ ਗਿਆ ਦੱਤਾਤਰੇय ਧਰ ਜੋਗ ਨਿਆਸ ਅਨੇਕਾਂ ਤਰ੍ਹਾਂ ਦੇ ਜਿਹੜੇ ਯੋਗ ਨਿਆਸ ਸਾਧਨ ਉਹਨਾਂ ਨੂੰ ਚਿੱਤ ਵੀ ਧਰਦਾ ਹੋਇਆ ਰੱਖਦਾ ਹੋਇਆ ਕਰਦਾ ਹੋਇਆ ਘੋਰ ਕਾਨਨ ਪੈ ਕਰੀ ਭਿਆਨਕ ਜੰਗਲ ਵਿੱਚ ਜਾ ਕੇ ਤਪਸਾ ਅਨੇਕ ਪ੍ਰਕਾਰ ਅਨੇਕਾਂ ਪ੍ਰਕਾਰ ਦੀ ਇਹਨੇ ਤਪੱਸਿਆ ਕੀਤੀ ਭਾਂਤ ਭਾਂਤ ਨਕੇ ਕਰੇ ਤਰ੍ਹਾਂ ਦੇ ਕੀਤੇ ਇੱਕ ਚਿੱਤ ਮੰਤਰ ਉਚਾਰ ਇੱਕ ਚਿੱਤ ਹੋ ਕੇ ਤਰ੍ਹਾਂ ਦੇ ਜਿਹੜੇ ਮੰਤਰ ਪੜਨਾ ਕੀਤੇ ਉਚਾਰਨ ਕੀਤੇ ਕਸ਼ਟ ਕੈ ਜਬ ਹੀ ਕੀਆ ਜਦੋਂ ਤਰ੍ਹਾਂ ਦੇ ਕਸ਼ਟ ਸਹਾਰਨ ਕਰਕੇ ਤਪ ਘੋਰ ਬਰਖ ਪ੍ਰਮਾਨ ਬੜਾ ਭਿਆਨਕ ਜਿਹੜਾ ਤਪ 1 ਸਾਲ ਦੇ ਤੱਕ ਬੁੱਧ ਕੋ ਬਰ ਦੇਤ ਭੇ ਜਿਹੜਾ ਆਤਮ ਵਿਸ਼ਾਣੀ ਬੁੱਧੀ ਉਹਦਾ ਕਹਿੰਦੇ ਬਰ ਦਿੱਤਾ ਹੈ ਤਬ ਆਨ ਬੁੱਧ ਨਿਦਾਨ ਜਿਹੜਾ ਬੁੱਧੀ ਦਾ ਖਜ਼ਾਨਾ ਪਰਮੇਸ਼ਰ ਨੇ ਆ ਕੇ ਆਤਮ ਵਿਸ਼ਾਣੀ ਬੁੱਧੀ ਦਾ ਬਰ ਦੇ ਦਿੱਤਾ ਹੈ ਬੁੱਧ ਕੋ ਬਰ ਜੋ ਦਇਓ ਜਦੋਂ ਆਤਮ ਵਿਸ਼ਾਣੀ ਬੁੱਧੀ ਦਾ ਬਰ ਦੇ ਦਿੱਤਾ ਤਿਨ ਆਨ ਬੁੱਧ ਅਨੰਤ ਜਿਹੜਾ ਅਨੰਤ ਉਹਨੇ ਆਣ ਕੇ ਬੁੱਧੀ ਦਾ
ਜਿਹੜਾ ਅਨੰਤ ਬੁੱਧੀ ਵਾਲਾ ਉਹਨੇ ਆ ਕੇ ਬੁੱਧੀ ਦਾ ਵਰ ਦੇ ਦਿੱਤਾ। ਉਤਮ ਮਤ ਮੇਰੇ ਦੇ ਤੂੰ ਆਓ ਬਖਸ਼ ਦਿੱਤੀ ਹੈ। ਪਰਮ ਪੁਰਖ ਪਵਿੱਤਰ ਕੈ ਹਾਂ ਕਹਿੰਦੇ ਮਹਾਨ ਜਿਹੜੇ ਪੁਰਖ ਹੈ ਉਹਨੂੰ ਪਵਿੱਤਰ ਕਰਕੇ ਕਏ ਦਤ ਦੇਵ ਮਹੰਤ ਜਿਹੜੇ ਪਰਮ ਪੁਰਖ ਪਵਿੱਤਰ ਕਰਕੇ ਤੇ ਦੱਤਾਤਰੇय ਨੂੰ ਮਹੰਤ ਪੂਜਨੀ ਕਰਕੇ ਚਲੇ ਗਏ। ਅਕਸ ਮਾਤਰ ਵੱਡੀ ਤਬੈ ਬੁੱਧ ਹਾਂ ਅਚਨ ਚੇਤੀ ਜਿਹੜੀ ਆਤਮ ਵਿਸ਼ੈਣੀ ਬੁੱਧ ਵੱਧ ਗਈ ਹੈ। ਜਤਰ ਤਤਰ ਦਿਸਾਨ ਜਿੱਧਰ ਚਿੱਤਰ ਹਰ ਦਿਸ਼ਾ ਦੇ ਵਿੱਚ ਬ੍ਰਹਮੀ ਦਿਸਣ ਲੱਗ ਪਿਆ ਹੈ। ਪਰਮ ਧਰਮ ਪ੍ਰਚੁਰ ਕੀਆ ਜਹੀ ਤਹਿ ਜਿੱਧਰ ਕਿਧਰ ਜਿਸ ਤਰਫ ਵੀ ਗਿਆ ਉੱਥੇ ਫਿਰ ਧਰਮ ਦਾ ਹੀ ਪ੍ਰਚਾਰ ਦੱਤਾਤਰੇय ਨੇ ਕੀਤਾ ਹੈ। ਪਰਮ ਪਾਪ ਖਿਸਾਨ ਹਾਂ ਸਮੂਹ ਜਿਹੜੇ ਪਾਪ ਹੈ ਉਹ ਸਭ ਸ਼ਰਮਿੰਦਤ ਹੋ ਗਏ, ਭੱਜ ਗਏ ਹਨ, ਖਿਸਕ ਗਏ ਹਨ। ਪ੍ਰਥਮ ਅਕਾਲ ਗੁਰੂ ਕੀਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਇਹ ਦੱਤਾਤਰੇय ਨੇ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰਨ ਕੀਤਾ। ਜਿਹ ਕੋ ਕਬੈ ਨਹੀਂ ਨਾਸ ਜਿਸ ਪਰਮੇਸ਼ਰ ਦਾ ਕਦੇ ਵੀ ਨਾਸ ਨਹੀਂ ਹੁੰਦਾ ਹੈ, ਖਾਤਮਾ ਨਹੀਂ ਹੁੰਦਾ ਹੈ। ਜਤਰ ਤਤਰ ਦਿਸ਼ਾ ਵਿਸਾ ਹਾਂ ਜਿਸ ਤਿਸ ਦਿਸ਼ਾ ਚਾਰੇ ਤਰਫਾਂ ਤੇ ਚਾਰੇ ਜਿਹੜੀਆਂ ਵਿਸ਼ਾ ਹਨ ਵਿਦਿਸ਼ਾ ਹਨ ਨੁਕਰਾਂ ਹਨ। ਜਿਹ ਠੌਰ ਸਰਬ ਨਿਵਾਸ ਸਾਰੇ ਥਾਵਾਂ ਵਿੱਚ ਨਿਵਾਸ ਹੈ, ਹਰ ਥਾਂ ਬਸ ਰਿਹਾ। ਅੰਡ ਜੇਰਜ ਸੇਤ ਉਤ ਭੁਜ ਇਸ ਪਰਮੇਸ਼ਰ ਨੇ ਅੰਡੇ ਤੋਂ ਪੰਛੀ ਵਗੈਰਾ ਪਦ ਕਰ ਦਿੱਤੇ ਹਨ ਤੇ ਜੇ ਖਾਣੀ ਆ ਜਿਹੜੇ ਕੋਈ ਪਸ਼ੂ ਹਨ ਮਨੁੱਖ ਹਨ ਇਹ ਪੈਦਾ ਕਰ ਦਿੱਤੇ ਹਨ। ਤੇ ਸੇਤ ਮੁੜਕੇ ਤੋਂ ਜੂਆਂ ਪਿਛੂ ਗੰਡ ਗੰਡੋਏ ਆ ਮੱਛਰ ਮੱਖੀਆਂ ਸਾਰੇ ਮੁੜ ਕੇ ਤਾਂ ਪੈਦਾ ਕਰ ਦਿੱਤੇ। ਉਸ ਕੁਝ ਜਿਹੜੀ ਧਰਤੀ ਨੂੰ ਪੁੱਟ ਕੇ ਨਿਕਲਿਆ ਦਰਖਤ ਵਗੈਰਾ ਬਨਸਪਤੀ ਕੀਨ ਜਾਸ ਪਸਾਰ ਜਿਸਨੇ ਸਾਰਾ ਇਹ ਕਹਿੰਦੇ ਚਾਰ ਖਾਣੀਆਂ ਦੁਆਰਾ ਪਸਾਰਾ ਕੀਤਾ ਹੈ। ਕਾਹੇ ਜਾਨ ਗੁਰੂ ਕੀਓ ਮਨ ਹਾਂ ਇਹ ਜਿਹੜਾ ਦੱਤਾਤਰੇय ਮੁਨੀ ਹੈ ਉਸ ਨੂੰ ਜਾਣ ਕੇ ਸਭ ਤੋਂ ਪਹਿਲਾਂ ਗੁਰੂ ਧਾਰਨ ਕੀਤਾ। ਸਤ ਦਤ ਸੁਧਾਰ ਜਿਹੜਾ ਮੁਨੀ ਸਤ ਨੇਚੇ ਕਰਕੇ ਬੋਣਾ ਸਵਾਰ ਕੇ ਸੁਧਾਰ ਕਰਕੇ ਦੱਤਾਤਰੇय ਨੇ ਜਿਹੜਾ ਸਤ ਸਰੂਪ ਹੈ ਉਹਨੂੰ ਸਭ ਤੋਂ ਪਹਿਲਾਂ ਗੁਰੂ ਧਾਰਨ ਕਰ ਲਿਆ ਤੇ ਉਹਦੀ ਪ੍ਰਾਪਤੀ ਵਾਲਾ ਹੋ ਗਿਆ। ਇਹ ਦੱਤਾਤਰੇय ਇਤ ਅਕਾਲ ਗੁਰੂ ਪ੍ਰਥਮ ਸੰਭਾਵਿਤ। ਇਸ ਤਰ੍ਹਾਂ ਸਭ ਤੋਂ ਪਹਿਲਾ ਜਿਹੜਾ ਗੁਰੂ ਅਕਾਲ ਪੁਰਖ ਦੱਤਾਤਰੇय ਨੇ ਧਾਰਨ ਕੀਤਾ ਉਹ ਜਿਹੜਾ ਪ੍ਰਸੰਗ ਹੈ ਇੱਥੇ ਹੁਣ ਸਮਾਪਤ ਹੋਇਆ। ਇਸ ਤੋਂ ਅੱਗੇ ਜਿਵੇਂ ਜਿੱਥੇ ਜਿੱਥੇ ਵੀ ਇਹਨੇ ਕਿਤੋਂ ਚੰਗੀ ਸਿੱਖਿਆ ਲਈ ਸੇਧ ਲਈ ਤੇ ਉਹਨੂੰ ਵੀ ਕਹਿੰਦਾ ਵੀ ਇਹ ਵੀ ਮੇਰਾ ਗੁਰੂ ਹੈ। ਉਹ ਭਾਵੇਂ ਉਹਨਾਂ ਦੇ ਧਿਆਨ ਕੋਈ ਗਲਤੀ ਸੀ ਪਰ ਇਹਨੇ ਉਹ ਤੋਂ ਸੇਧ ਲੈ ਲਈ ਤੇ ਜਿਵੇਂ ਇਹ ਧਿਆਨ ਲਾਈ ਬੈਠੇ ਇਉਂ ਪਰਮੇਸ਼ਰ ਵਿੱਚ ਕੋਈ ਧਿਆਨ ਲਵੇ ਕਿਉਂ ਨਹੀਂ ਪਰਮੇਸ਼ਰ ਪ੍ਰਾਪਤ ਹੋਊਗਾ। ਭਾਵੇਂ ਬਗਲਾ ਨਦੀ ਦੇ ਕਿਨਾਰੇ ਅੱਖਾਂ ਬੰਦ ਕਰਕੇ ਇੱਕ ਪੈਰ ਭਾਰ ਦੇ ਖੜੋਤਾ ਹੈ, ਧਿਆਨ ਸਾਰਾ ਦੂਜੇ ਪਾਸੇ ਹੀ ਹੈ। ਪਰ ਇਹ ਦੱਤਾਤਰੇय ਨੇ ਉਹ ਤੋਂ ਸਿੱਖਿਆ ਲੈ ਲਈ। ਕਹਿੰਦਾ ਇਉਂ ਪਰਮੇਸ਼ਰ ਦਾ ਕੋਈ ਧਿਆਨ ਕਰੇ ਨਾ ਇੱਕ ਪੈਰ ਦੇ ਭਾਰ ਹੋ ਕੇ ਅੱਖਾਂ ਬੰਦ ਕਰਕੇ ਤੇ ਪਰਮੇਸ਼ਰ ਪ੍ਰਾਪਤ ਹੋ ਜਾਊਗਾ। ਇਸ ਤਰ੍ਹਾਂ ਜ਼ਿਮੀਂਦਾਰ ਹਲ ਵਾਹੁੰਦਾ ਹੈ ਨਾਲੇ ਕਲੀਆਂ ਗਾਉਂਦਾ ਹੈ, ਆਪਣੇ ਕੰਮ ਵਿੱਚ ਫਿਰ ਵਿਰਤ ਹੈ, ਮਸਤ ਹੈ। ਘੋੜੀ ਲੰਘ ਜਾਂਦਾ ਹੈ ਫਿਰ ਆ ਕੇ ਪੁੱਛਦਾ ਜ਼ਿਮੀਂਦਾਰਾ ਇੱਥੋਂ ਸਾਧੂਆਂ ਦੀ ਜਮਾਤ ਤਾਂ ਨਹੀਂ ਲੰਘੀ? ਉਹ ਕਹਿੰਦਾ ਮੈਂ ਤਾਂ ਹਲ ਵਾਹੁਣ 'ਚ ਤੇ ਕਲੀਆਂ ਗਾਉਣ 'ਚ ਮਸਤ ਹੈ, ਮੈਨੂੰ ਨਹੀਂ ਪਤਾ ਕੌਣ ਲੰਘਿਆ ਕੌਣ ਗਿਆ। ਫਿਰ ਉੱਥੋਂ ਸਿੱਖਿਆ ਲੈਂਦਾ ਜ਼ਿਮੀਂਦਾਰ ਵੀ ਨਾਲੇ ਤਾਂ ਆਪਣਾ ਘਰ ਦਾ ਕੰਮ ਕਰਨਾ ਚਾਹੀਦਾ ਨਾਲੇ ਜਿਵੇਂ ਇਹ ਕਲੀਆਂ ਗਾਉਂਦਾ ਉਹ ਪਰਮੇਸ਼ਰ ਦਾ ਜਸ ਗਾਉਣਾ ਚਾਹੀਦਾ ਹੈ।
ये काम करके परमेश्वर का जस करके रब क्यों नहीं मिलूगा, मिल जाऊगा। हाथ पाओ कर काम सब शीत निरंजन नाल। नामदेव जी दे कोल त्रिलोचन जी आए सी, नामदेव जी अरजाइयां तलाइयां दे जिहड़े कोई टप्पे जे लाई जांदे सी, उस वेले त्रिलोचन जी ने फिर वो तरकरी की, नामा माया मोहिया कह त्रिलोचन मीत काहे सी पोशाए लै राम न लावो चीत। कि मैं तो बड़ा जा सुनिया सी भी तू बड़ा चित लाना परमेश्वर विच, तू तो धंधिया विच फसिया पे रुपये कमाने ला ला के ठप्पे। उस वेले फिर नामदेव जी ने कहा, नामा कह त्रिलोचना मुख ते राम संभाल, आद पाओ कर काम सम शीत निरंजन नाल। यह त्रिलोचन सुन, मुखों ता वो नाम जप ते हथां पैरां नाल काम कर, इथों उधर ला ते हथ जिहड़े है फिर वो काम विच ला। बहुता लाना तो कहते भी साढ़े को नाम जपण नूं ते बेल ही है नहीं है, भी जक्कड़ मारन वास्ते जिवें वेला तेरे गले सारी दिहाड़ी मारी मारी जाए, नाम जपण वास्ते नहीं। जबान बेली है, जबान नहीं करना है, जबान नाल वाहिगुरू वाहिगुरू करना, जबान ने राम राम करना, खुदा खुदा करना। ये तो नहीं कोई काम कर रही, हाथ पैर तो चलो करते है ना, क्यों भी असीं आ करते हाथों पैरों नाल। ये तो जो असीं हथ पैर नाल काम करते उदों भी जबान बेली हुंदी है, ये नाल आ करना है। इस करके बेल की तो कोई लोड़ नहीं है, जिन्हें नहीं करना वो बहाने मारदा है, मेरे को बेल है नहीं मैं कदों जावां जी, इस करके नहीं हुंदा है। जिन्हों ने करना, नामदेव वर्गिया ने, कबीर साहब वर्गिया ने, रविदास वर्गिया ने घर का कंधा करके ते फिर ये सिमरन कर लिया, उसकी प्राप्ति कर ली। इसे तरह इतने कह रहा भी जिसने सारा पसारा किया है उन्होंने बना सवार के ये अकाल पुरख नूं गुरु धारण कर लिया। उदों बाद फिर एक जिमीदार नूं हल बांदा दे के गाँदा दे के वो तो सेध ले ली भी हाँ परमेश्वर का जस करना चाहिए, मस्त हो के नाले भी अपना रोटी पानी का काम भी हथां नाल क्रिया करके कमाना चाहिए। वो इस तरह अपने मन नूं भी गुरु धारण कीता सी, क्योंकि मन राही ओदी परती है मन शक्ति, ये मन सीओ मन पंच तत्व को जियो, ये मन ले जो उन मन रहे तो तीन लोग की बातें कहे। ये मन भी महान है, ये मन तो बगैर प्राप्त नहीं हुंदा, जिन्ना चिर मन का टिका नहीं हुंदा उन्ना चिर वो झलकारा ही ये मन राही बजदा है। मन भी ये दत्तात्रेय ने गुरु कारण किया, इतों भी सिक्ख्या ले भी तू भी महान है, तू भी प्रभावित कराना है एकाग्रता विच आके टिका विच आके, इस करके तू भी मेरा गुरु है। वे 24 गुरु ने 24 थावां तो सिक्ख्या ले लेके धारण किए। वो केड़े केड़े धारे सी उन्हां दा निर्णय गुरु गोबिंद सिंह साहब जी ने अपनी बाणी राही कीता है। वो अगले दीवाना 24 गुरुआं दे प्रसंग आ जाणगे भी इत्थों इत्थों सिक्ख्या लैके उन्हों मत्था टेकदा भी तू भी मेरा गुरु, तू भी मेरा गुरु है। सौरा विचार समा पूरा हो गया। अगला प्रसंग आपां कल दे दीवान विच पढ़ांगे जी। अंड जेरज सेत उत्पुज कीन जास पसार, ताहे जान गुरु कियो मन सत तत सुधार। इत अकाल गुरु प्रथम समाप्तं,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे आच्युत हे पार ब्रह्म अविनाशी अघनाश, हे पूरन हे सर्वमय दुख भंजन गुणसास, हे संगी हे निरंकार, हे निर्गुण सब टेक, हे गोविंद हे गुण निधान, जाके सदा भवे, हे अपरंपर हर हरे है भी होवनहार, हे संतां कै सदा संग निधाराया आधार, हे ठाकुर हाँ दासरो निर्गुण गुण नहीं कोई, नानक दीजै नाम दान, रखो हिय परोय। आए प्रभु शरणागति कृपा निध दयाल, एक अखर हर मन वसत नानक होत निहाल। वाहिगुरु नाम जहाज है चढ़े सो तरे पार, जो सरदा कर सेवंदे गुरु पारे उतारण हार, जो सरदा कर सेवंदे गुरु पारे